ਬੱਚਿਆਂ ਨੂੰ ਇਮੀਗ੍ਰੇਸ਼ਨ ਵੱਲੋਂ ਇੰਟਰਵਿਊ ਕਾਲ ਆ ਰਹੀਆਂ ਨੇ, ਇਹਦੇ ਵਿੱਚ ਸੱਚਾਈ ਹੈ ਜਾਂ ਕੋਈ ਸਕੈਮ ਹੈ ਜਾਂ ਫਿਰ ਇਹਦੇ ਨਾਲ ਰਿਲੇਟਡ ਵਾਕਈ ਅਪਡੇਟ ਹੈਗੀ ਹੈ? ਕਿ ਜਿਨ੍ਹਾਂ ਨੂੰ ਇੰਟਰਵਿਊ ਕਾਲਸ ਆ ਰਹੀਆਂ ਨੇ ਉਹਨਾਂ ਨੂੰ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕੁਛ ਨਾ ਕੁਛ ਪ੍ਰੋਬਲਮਸ ਨੇ, ਜਾਂ ਜਿਸ ਦੇ ਵਿੱਚ ਆਫਿਸਰ ਨੂੰ ਡਾਊਟ ਹੋ ਰਿਹਾ ਕਿ ਇਸ ਫਾਈਲ ਦੇ ਵਿੱਚ ਕੁਛ ਨਾ ਕੁਛ ਬਲਟਰ ਮਾਰਿਆ ਗਿਆ ਹੈ। ਸਾਡੇ ਅਜੇ ਤੱਕ ਕਿਸੇ ਵੀ ਕਲਾਇੰਟ ਨੂੰ ਇੰਟਰਵਿਊ ਕਾਲ ਨਹੀਂ ਆਈ, ਬਟ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਇੰਟਰਵਿਊਜ਼ ਆਈਆਂ ਨੇ। ਉਹਨਾਂ ਲੋਕਾਂ ਨੇ ਸਾਨੂੰ ਅਪਰੋਚ ਵੀ ਕੀਤਾ ਆ, ਔਰ ਇੰਟਰਵਿਊ ਲੈਟਰਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਬਹੁਤ ਕਲੀਅਰਲੀ ਇੱਕ ਚੀਜ਼ ਲਿਖੀ ਆ ਕਿ ਤੁਸੀਂ ਇੰਨੀ ਤਰੀਕ ਨੂੰ ਦਿੱਲੀ ਹਾਈ ਕਮਿਸ਼ਨ ਦੇ ਵਿੱਚ, ਕੈਨੇਡੀਅਨ ਹਾਈ ਕਮਿਸ਼ਨ ਦਿੱਲੀ ਦੇ ਵਿੱਚ ਪਹੁੰਚੋ ਤੇ ਜਿੰਨੇ ਤੁਹਾਡੇ ਡਾਕੂਮੈਂਟਸ ਨੇ ਸਾਰੇ ਓਰੀਜਨਲ ਡਾਕੂਮੈਂਟਸ ਨਾਲ ਲੈ ਕੇ ਪਹੁੰਚੋ। ਜਦੋਂ ਉਹ ਇੰਟਰਵਿਊ ਤੇ ਜਾਣਗੇ ਇੱਕ ਸਵਾਲ ਪੱਕਾ ਪੁੱਛਿਆ ਜਾਊਗਾ। ਉਹ ਸਵਾਲ ਹੈਗਾ ਆ ਕਿ ਤੁਸੀਂ ਫਾਈਲ ਆਪੇ ਲਗਾਈ ਜਾਂ ਤੁਸੀਂ ਕਿਸੇ ਏਜੰਟ ਦੇ ਥਰੂ ਫਾਈਲ ਲਗਵਾਈ। ਹੁਣ ਇੱਥੇ ਆ ਕੇ ਜਵਾਕ ਨੇ ਫਸਣਾ ਹੈ। ਅੱਛਾ, ਜਿਸ ਬੱਚੇ ਨੇ ਕੇਸ ਆਪ ਲਗਾਇਆ A ਤੋਂ ਲੈ ਕੇ Z ਤੱਕ, ਉਹਨੂੰ ਆਪਣੇ ਕੇਸ ਦੀ ਸਾਰੀ ਡਿਟੇਲ ਪਤਾ ਹੈ, ਤਾਂ ਫਿਰ ਤਾਂ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ, ਜਾਂ ਫਿਰ ਕਿਸੇ ਨਾਲ ਹੋਰ ਜਿਹੜੇ ਕੰਸਲਟੈਂਟ ਹੈ ਉਹਨਾਂ ਨਾਲ ਸਲਾਹ ਕਰਨ ਦੀ ਵੀ ਕੋਈ ਬਹੁਤੀ ਲੋੜ ਹੈ ਨਹੀਂ। ਅਗਰ ਉਹਦੇ ਪੱਲੇ ਸੱਚ ਆ, ਜਿਵੇਂ ਮੈਂ ਪਹਿਲਾਂ ਕਿਹਾ ਕਿ ਅਗਰ ਸੱਚ ਆ ਤੁਹਾਡੀ ਫਾਈਲ, ਤੁਹਾਨੂੰ ਕੁਝ ਨਹੀਂ ਹੋ ਸਕਦਾ ਕਿਉਂਕਿ ਤੁਹਾਨੂੰ ਆਪਣੀ ਫਾਈਲ ਦਾ ਸਭ ਪਤਾ ਹੋਊਗਾ। ਹਾਂ, ਤੁਸੀਂ ਜਦੋਂ ਇੰਟਰਵਿਊ 'ਚ ਜਾਣਾ ਆ ਤੇ ਬਸ ਪੂਰੇ ਕੌਨਫੀਡੈਂਸ ਦੇ ਨਾਲ ਉਸ ਸੱਚ ਨੂੰ ਅੱਗੇ ਬਿਆਨ ਕਰਨਾ ਹੈ। ਦੈਟਸ ਇਟ। ਅਗਰ ਤੁਸੀਂ ਕੁਝ ਗਲਤ ਡਾਕੂਮੈਂਟਸ ਲਗਾਏ ਹੋਏ ਆ, ਮੇਰੀ ਰეკਮੈਂਡੇਸ਼ਨ ਆ ਕਿ ਤੁਸੀਂ ਅੱਜ ਹੀ ਆਪਣੀ ਫਾਈਲ ਵਿਡਰਾ ਕਰੋ। 5 ਸਾਲ ਦੇ ਬੈਨ ਨਾਲੋਂ ਫਾਈਲ ਵਿਡਰਾ ਕੀਤੀ ਚੰਗੀ ਹੈ। ਹਜ਼ਾਰਾਂ ਵਾਰੀ ਰਿਫਿਊਜ਼ਲ ਲਵੋ, ਕਰੋੜਾਂ ਵਾਰੀ ਰਿਫਿਊਜ਼ਲ ਲਵੋ, ਪਰ ਬੈਨ ਇੱਕ ਵਾਰੀ ਵੀ ਨਾ ਲਵੋ, ਕਿਉਂਕਿ ਉਹ 5 ਸਾਲ ਦਾ ਬੈਨ ਜਿਹੜਾ ਹੈ ਉਹ ਲੱਗਦਾ ਹੀ 5 ਸਾਲ ਦਾ। 5 ਸਾਲ ਬਾਅਦ ਵੀ ਤੁਹਾਡੀ ਫਾਈਲ ਨੂੰ ਸ਼ੱਕ ਦੇ ਨਜ਼ਰ ਨਾਲ ਹੀ ਦੇਖਿਆ ਜਾਣਾ ਆ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਕੈਨੇਡਾ ਜਾਣ ਦਾ ਹਰ ਇੱਕ ਦਾ ਸੁਪਨਾ ਹੁੰਦਾ ਹੈ, ਖਾਸ ਕਰਕੇ ਵਿਦਿਆਰਥੀ। ਜਦੋਂ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਕੋਈ ਵੀ ਗੱਲਬਾਤ ਜਾਂ ਕੋਈ ਅਪਡੇਟ ਆਵੇ, ਸਾਡੀ ਕੋਸ਼ਿਸ਼ ਹੁੰਦੀ ਹੈ ਬਰੈਂਪਟਨ ਇਮੀਗ੍ਰੇਸ਼ਨ ਵਾਲੇ ਵੀਰ ਸੰਦੀਪ ਸਿੰਘ ਦੇ ਨਾਲ ਜ਼ਰੂਰ ਗੱਲਬਾਤ, ਰਾਬਤਾ ਕਾਇਮ ਕੀਤਾ ਜਾਵੇ। ਉਹਨਾਂ ਨੂੰ ਪੁੱਛੇ ਜਾਵੇ ਕਿ ਅੱਜ ਕੱਲ੍ਹ ਕੀ ਅਪਡੇਟ ਹੈ। ਸਾਨੂੰ ਪਤਾ ਲੱਗਿਆ ਕਿ ਕੁਝ ਅਪਡੇਟ ਆਈਆਂ ਨੇ ਵਿਦਿਆਰਥੀਆਂ ਵਾਸਤੇ, ਖਾਸ ਕਰਕੇ ਇੰਟਰਵਿਊ ਦੀ, ਕਿ ਜਿਹੜੇ ਵਿਦਿਆਰਥੀਆਂ ਨੇ ਅਪਲਾਈ ਕੀਤਾ ਉਹਨਾਂ ਨੂੰ ਇੰਟਰਵਿਊ ਆ ਰਹੀਆਂ ਨੇ, ਇੰਟਰਵਿਊ ਕਾਲ ਆਉਂਦੀਆਂ ਪਈਆਂ ਨੇ। ਇਹਦੇ ਵਿੱਚ ਪੁੱਛਦੇ ਕਿੰਨੀ ਕੁ ਸੱਚਾਈ ਹੈ, ਅਸਲ ਵਿੱਚ ਇਹਦੇ ਪਿੱਛੇ ਰੀਜ਼ਨ ਕੀ ਹੈ। ਸਾਰੇ ਸਵਾਲ ਨੇ, ਹੋਰ ਵੀ ਕੇਸਾਂ ਦੇ ਨਾਲ ਸੰਬੰਧਿਤ ਆਪਾਂ ਇਮੀਗ੍ਰੇਸ਼ਨ ਦੇ ਲਈ ਗੱਲਬਾਤ ਕਰਾਂਗੇ। ਹਾਂਜੀ ਵੀਰ ਜੀ, ਪਹਿਲੇ ਤੁਹਾਡਾ ਪੰਜਾਬੀ ਲੋਕ ਚੈਨਲ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਰੋਤਿਆਂ ਦੇ ਰੂਬਰੂ ਕਰ ਰਹੇ ਹੋ, ਅਤੇ ਸਾਰੇ ਸਰੋਤਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਲੱਖ ਲੱਖ ਵਧਾਈ। ਧੰਨਵਾਦ ਜੀ। ਵੀਰ ਜੀ, ਪਹਿਲੇ ਦੱਸੋ ਵੀ ਜਿਹੜੇ ਬੱਚਿਆਂ ਨੂੰ ਇਮੀਗ੍ਰੇਸ਼ਨ ਵੱਲੋਂ ਇੰਟਰਵਿਊ ਕਾਲ ਆ ਰਹੀਆਂ ਨੇ, ਇਹਦੇ ਵਿੱਚ ਸੱਚਾਈ ਹੈ ਜਾਂ ਕੋਈ ਸਕੈਮ ਹੈ ਜਾਂ ਫਿਰ ਇਹਦੇ ਨਾਲ ਰਿਲੇਟਡ ਵਾਕਈ ਅਪਡੇਟ ਹੈਗੀ ਆ, ਤੇ ਕੀ ਕਾਰਨ ਹੈ? ਸੋ ਬਿਲਕੁਲ ਸਹੀ ਗੱਲ ਆ। ਇੰਟਰਵਿਊਜ਼ ਆ ਰਹੀਆਂ ਨੇ, ਔਰ ਏਦਾਂ ਨਹੀਂ ਹੈ ਕਿ ਹਰੇਕ ਬੰਦੇ ਨੂੰ ਆ ਰਹੀਆਂ, ਪਰ ਸਿਲੈਕਟਡ ਨੇ। ਸੋ ਕਈ ਬੰਦਿਆਂ ਨੂੰ ਇੰਟਰਵਿਊ ਕਾਲਸ ਆਈਆਂ ਨੇ। ਸਾਡੇ ਅਜੇ ਤੱਕ ਕਿਸੇ ਵੀ ਕਲਾਇੰਟ ਨੂੰ ਇੰਟਰਵਿਊ ਕਾਲ ਨਹੀਂ ਆਈ, ਬਟ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਇੰਟਰਵਿਊਜ਼ ਆਈਆਂ ਨੇ। ਉਹਨਾਂ ਲੋਕਾਂ ਨੇ ਸਾਨੂੰ ਅਪਰੋਚ ਵੀ ਕੀਤਾ ਆ, ਔਰ ਇੰਟਰਵਿਊ ਲੈਟਰਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਬਹੁਤ ਕਲੀਅਰਲੀ ਇੱਕ ਚੀਜ਼ ਲਿਖੀ ਆ ਕਿ ਤੁਸੀਂ ਇੰਨੀ ਤਰੀਕ ਨੂੰ ਦਿੱਲੀ ਹਾਈ ਕਮਿਸ਼ਨ ਦੇ ਵਿੱਚ, ਕੈਨੇਡੀਅਨ ਹਾਈ ਕਮਿਸ਼ਨ ਦਿੱਲੀ ਦੇ ਵਿੱਚ ਪਹੁੰਚੋ ਤੇ ਜਿੰਨੇ ਤੁਹਾਡੇ ਡਾਕੂਮੈਂਟਸ ਨੇ ਸਾਰੇ ਓਰੀਜਨਲ ਡਾਕੂਮੈਂਟਸ ਨਾਲ ਲੈ ਕੇ ਪਹੁੰਚੋ। ਸੋ ਇਸ ਦੇ ਵਿੱਚ ਕੀ ਪ੍ਰੋਜ਼ ਨੇ, ਕੀ ਕੌਨਸ ਨੇ, ਉਹਨਾਂ ਦੇ ਡਿਸਕਸ਼ਨ ਕਰਨੀ ਜ਼ਰੂਰੀ ਆ। ਕਿੰਨਾ ਕਾਲ ਜਾਂਦੀ ਹੈ ਕਿ ਲੈਟਰ ਰਿਟਨ ਜਾਂਦਾ ਉਹਨਾਂ ਕੋਲ ਇੰਟਰਵਿਊ ਲਈ? ਨਹੀਂ, ਰਿਟਨ ਲੈਟਰ ਆਉਂਦੀ ਹੈ। ਸੋ ਇਟ ਕਮਸ ਥਰੂ ਈਮੇਲ। ਸੋ ਜਿਹੜੇ ਬੰਦਿਆਂ ਨੇ ਆਪਣੇ ਆਪ ਫਾਈਲ ਲਗਾਈ ਆ, ਉਹਨਾਂ ਨੂੰ ਉਹਨਾਂ ਦੀ ਈਮੇਲ ਐਡਰੈਸ ਆਊਗੀ। ਜਿਨ੍ਹਾਂ ਦੇ ਜੋ ਵੀ ਤੁਸੀਂ ਆਪਣਾ ਲਾਪਤਾ ਦਾ ਸਾਧਨ ਸਰਕਾਰ ਨੇ ਫਾਈਲ ਕੀਤਾ ਹੋਇਆ ਆ, ਉਸ ਈਮੇਲ ਦੇ ਉੱਤੇ ਤੁਹਾਨੂੰ ਇਹ ਚਿੱਠੀ ਆਉਂਦੀ ਆ। ਹੁਣ ਤੁਸੀਂ ਦੱਸਿਆ ਸੀ ਕਿ ਵੀ ਇਹਦੇ ਲਾਭ ਤੇ ਹਾਨੀਆਂ, ਇਹ ਕਿਉਂ ਆ ਰਹੇ, ਪਹਿਲਾਂ ਤਾਂ ਇਹ ਦੱਸੋ ਜੀ। ਹਾਂ, ਸੋ ਕਿੰਨਾ ਲਈ ਖਤਰਨਾਕ ਹੈ ਤੇ ਕਿੰਨਾ ਲਈ ਡਰਨ ਦੀ ਗੱਲ। ਸੋ ਇੰਟਰਵਿਊ ਦੇ ਨਾਂ ਤੋਂ ਅਸੀਂ ਅਕਸਰ ਜ਼ਿਆਦਾ ਡਰ ਜਾਂਦੇ ਹੈਗੇ ਆ। ਜਿਹਦੇ ਪੱਲੇ ਸੱਚ ਹੋਵੇ ਨਾ, ਜਿਵੇਂ ਮੈਂ ਅੱਗੇ ਵੀ ਕਈ ਵਾਰੀ ਇੰਟਰਵਿਊਜ਼ 'ਚ ਇਹ ਗੱਲ ਕਰਦਾ ਹੁੰਦਾ ਕਿ ਸੱਚ ਨੂੰ ਕਦੀ ਡਰਨ ਦੀ ਲੋੜ ਨਹੀਂ ਹੁੰਦੀ ਹੈਗੀ। ਇਹ ਇੰਟਰਵਿਊਜ਼ ਵੀ ਉਸੇ ਦੀ ਇੱਕ ਰੂਪ ਆ ਕਿ ਅਗਰ ਕਿੰਨਾ ਤੁਹਾਡੇ ਪੱਲੇ ਸੱਚ ਹੈਗਾ ਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ। ਪਰ ਅਗਰ ਤੁਸੀਂ ਪੈਕੇਜ ਸਿਸਟਮ ਲਏ ਹੋਏ ਆ, ਅਗਰ ਤੁਸੀਂ ਝੂਠੇ ਡਾਕੂਮੈਂਟਸ ਲਗਾਏ ਹੋਏ ਆ, ਅਗਰ ਤੁਸੀਂ ਝੂਠੇ ਐਕਸਪੀਰੀਅੰਸ ਡਾਕੂਮੈਂਟਸ ਲਗਾ ਕੇ ਆਪਣੇ ਗੈਪ ਕਵਰ ਕੀਤੇ ਹੋਏ ਆ,
ਤਾਂ ਫਿਰ ਤੁਹਾਨੂੰ 100% ਡਰਨ ਦੀ ਲੋੜ ਹੈ। ਰੀਜ਼ਨ ਸਿੰਪਲ ਜੀ, ਇੱਕ ਐਗਜ਼ਾਮਪਲ ਲਵੋ। ਉਹ ਵਿਦਿਆਰਥੀ ਜਿਹਨੇ ਆਪਣੇ ਏਜੰਟ ਦੇ ਥਰੂ ਪੈਕੇਜ ਸਿਸਟਮ ਕੀਤਾ ਸੀਗਾ, ਪੈਕੇਜ ਲਿਆ ਸੀਗਾ, ਹੁਣ ਉਹਦੇ ਕੋਲੇ ਆਪਣੇ ਕੋਲੇ ਤਾਂ ਓਰੀਜਨਲੀ ਫਾਈਨੈਂਸ਼ੀਅਲ ਸੀਗਾ ਹੀ ਨਹੀਂ। ਸੋ ਉਹ ਕਿਵੇਂ ਓਰੀਜਨਲ ਡਾਕੂਮੈਂਟ ਲੈ ਕੇ ਜਾਊਗਾ, ਕਿਵੇਂ ਦਿਖਾਊਗਾ ਕਿ ਆ ਦੇਖੋ ਜੀ ਮੇਰੇ ਫਾਈਨੈਂਸ਼ੀਅਲ ਆ ਰਹੇ? ਉਹ ਦਿਖਾ ਨਹੀਂ ਸਕੇਗਾ। ਉਹਨਾਂ ਕੀ ਹੋਏਗਾ, 5 ਸਾਲ ਦਾ ਬੈਨ ਲੱਗੇਗਾ ਕਿਉਂਕਿ ਮਿਸਰੈਪ੍ਰੈਜ਼ੈਂਟੇਸ਼ਨ ਕੀਤੀ ਆ। ਜਿਹੜੇ ਬੰਦੇ ਨੇ ਝੂਠੇ ਐਕਸਪੀਰੀਅੰਸ ਸਰਟੀਫਿਕੇਟਸ ਲਗਾਏ ਆ, ਉੱਥੇ ਜਦੋਂ ਓਰੀਜਨਲ ਡਾਕੂਮੈਂਟ ਲੈ ਕੇ ਜਾਊਗਾ, ਪੁੱਛਣਗੇ ਕਿ ਮਿੱਤਰਾ ਅਗਰ ਤੂੰ ਹਸਪਿਟੈਲਿਟੀ ਦਾ ਕੰਮ ਕਰਦਾ ਸੀਗਾ ਤਾਂ ਮੈਗੀ ਕਿਵੇਂ ਬਣਾਈ ਦੀ ਆ? ਹੁਣ ਅਗਰ ਤਾਂ ਕੰਮ ਕੀਤਾ ਹੋਊਗਾ ਤਾਂ ਡਰ ਨਹੀਂ, ਅਗਰ ਕੰਮ ਨਹੀਂ ਕੀਤਾ ਹੋਊਗਾ ਤਾਂ 100% ਡਰ ਆ। ਜਦੋਂ ਉਹ ਇੰਟਰਵਿਊ ਤੇ ਜਾਣਗੇ, ਇੱਕ ਸਵਾਲ ਪੱਕਾ ਪੁੱਛਿਆ ਜਾਊਗਾ। ਉਹ ਸਵਾਲ ਹੈਗਾ ਆ ਕਿ ਤੁਸੀਂ ਫਾਈਲ ਆਪੇ ਲਗਾਈ ਜਾਂ ਤੁਸੀਂ ਕਿਸੇ ਏਜੰਟ ਦੇ ਥਰੂ ਫਾਈਲ ਲਗਵਾਈ। ਹੁਣ ਇੱਥੇ ਆ ਕੇ ਜਵਾਕ ਨੇ ਫਸਣਾ ਹੈ। ਕਿਉਂ ਫਸਣਾ ਹੈ? ਕਿ ਜ਼ਿਆਦਾਤਰ ਬੱਚੇ ਜਿਹੜੇ ਨੇ ਉਹ ਗੋਸਟ ਕੰਸਲਟੈਂਟ ਦੇ ਥਰੂ ਫਾਈਲ ਲਗਵਾਉਂਦੇ ਆ। ਜਦੋਂ ਗੋਸਟ ਕੰਸਲਟੈਂਟ ਦੇ ਥਰੂ ਫਾਈਲ ਲਗਵਾਉਂਦੇ ਆ ਤਾਂ ਕੈਨੇਡਾ ਸਰਕਾਰ ਵੱਲੋਂ ਉਹ ਕੰਸਲਟੈਂਟ ਹੀ ਨਹੀਂ ਹੁੰਦਾ ਹੈਗਾ। ਸੋ ਉਸ ਵਿੱਚ ਕੀ ਹੁੰਦਾ ਹੈ ਕਿ ਮੰਨ ਲਓ ਸੰਦੀਪ ਸਿੰਘ ਦੀ ਫਾਈਲ ਲੱਗਣੀ ਆ ਤੇ ਸੰਦੀਪ ਸਿੰਘ ਬਣ ਕੇ ਹੀ ਫਾਈਲ ਲਗਾਈ ਜਾਂਦੀ ਆ। ਹੁਣ ਅਗਰ ਤਾਂ ਬੱਚਾ ਇਹ ਗੱਲ ਕਵੇ ਕਿ ਮੈਂ ਫਾਈਲ ਆਪੇ ਲਗਾਈ ਆ, ਫਿਰ ਉਹਨੂੰ ਆਪਣੀ ਫਾਈਲ ਦਾ A ਤੋਂ ਲੈ ਕੇ Z ਤੱਕ ਸਭ ਪਤਾ ਹੋਣਾ ਚਾਹੀਦਾ। ਸਾਰੀ ਡਿਟੇਲਸ ਉਹਨੂੰ ਪਤਾ ਹੀ ਹੁੰਦੀ ਹੈ ਨਾ ਕਿ ਮੈਂ ਆਪੇ ਫਾਈਲ ਲਾਈ ਤਾਂ ਮੈਨੂੰ ਤਾਂ ਪਤਾ ਹੀ ਹੈ ਨਾ ਕਿ ਮੈਂ ਕੀ ਫਾਈਲ ਚਲਾਇਆ ਆ। ਪਰ ਅਗਰ ਉਹ ਕਵੇ ਕਿ ਮੈਂ ਕਿਸੇ ਗੋਸਟ ਕੰਸਲਟੈਂਟ ਦੇ ਥਰੂ ਲਗਵਾਇਆ ਤਾਂ ਉੱਥੇ ਹੀ ਫਸ ਗਿਆ, ਕਿਉਂਕਿ ਇਹ ਇਲੀਗਲ ਆ ਕਿਸੇ ਗੋਸਟ ਕੰਸਲਟੈਂਟ ਦੇ ਥਰੂ ਫਾਈਲ ਲਗਵਾਣੀ। ਸੋ ਬਹੁਤ ਜ਼ਿਆਦਾ ਸਮਝਦਾਰੀ ਦੇ ਨਾਲ, ਬਹੁਤ ਜ਼ਿਆਦਾ ਤਿਆਰੀ ਦੇ ਨਾਲ ਇੰਟਰਵਿਊ ਤੇ ਜਾਣਾ ਚਾਹੀਦਾ ਆ। ਜਿਹੜੇ ਸਰੋਤੇ ਸਾਡੀ ਆਵਾਜ਼ ਸੁਣ ਰਹੇ ਨੇ, ਅਗਰ ਉਹਨਾਂ ਨੂੰ ਇੰਟਰਵਿਊ ਲੈਟਰਸ ਆਈਆਂ ਤਾਂ ਘਬਰਾਉਣ ਨਾ, ਪਰ ਸਹੀ ਸਟੈਪ ਲੈਣ। ਸਹੀ ਸਟੈਪ ਕੀ ਆ? ਕੈਨੇਡੀਅਨ ਲਾਇਰ ਜਾਂ ਕੈਨੇਡੀਅਨ ਲਾਇਸੈਂਸਡ ਕੰਸਲਟੈਂਟ, ਭਾਵ ਕਿ ਕੈਨੇਡਾ ਸਰਕਾਰ ਵੱਲੋਂ ਪ੍ਰਵਾਨਿਤ ਲਾਇਰ ਤੇ ਕੈਨੇਡਾ ਸਰਕਾਰ ਵੱਲੋਂ ਪ੍ਰਵਾਨਿਤ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਤਿਆਰੀ ਕਰੋ, ਸੋ ਡੈਟ ਕਿ ਤੁਸੀਂ ਲੀਗਲੀ ਉਹਨਾਂ ਚੀਜ਼ਾਂ ਦੇ ਜਵਾਬ ਦੇ ਸਕੋ। ਹਾਂ, ਅਗਰ ਤੁਸੀਂ ਕੁਝ ਗਲਤ ਡਾਕੂਮੈਂਟਸ ਲਗਾਏ ਹੋਏ ਆ, ਮੇਰੀ ਰეკਮੈਂਡੇਸ਼ਨ ਆ ਕਿ ਤੁਸੀਂ ਅੱਜ ਹੀ ਆਪਣੀ ਫਾਈਲ ਵਿਡਰਾ ਕਰੋ। 5 ਸਾਲ ਦੇ ਬੈਨ ਨਾਲੋਂ ਫਾਈਲ ਵਿਡਰਾ ਕੀਤੀ ਚੰਗੀ ਆ। ਅੱਛਾ, ਜਿਸ ਬੱਚੇ ਨੇ ਕੇਸ ਆਪ ਲਗਾਇਆ A ਤੋਂ ਲੈ ਕੇ Z ਤੱਕ, ਉਹਨੂੰ ਆਪਣੇ ਕੇਸ ਦੀ ਸਾਰੀ ਡਿਟੇਲ ਪਤਾ ਹੈ, ਤਾਂ ਫਿਰ ਤਾਂ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ, ਜਾਂ ਫਿਰ ਕਿਸੇ ਨਾਲ ਹੋਰ ਜਿਹੜੇ ਕੰਸਲਟੈਂਟ ਹੈ ਉਹਨਾਂ ਨਾਲ ਸਲਾਹ ਕਰਨ ਦੀ ਵੀ ਕੋਈ ਬਹੁਤੀ ਲੋੜ ਹੈ ਨਹੀਂ। ਬਿਲਕੁਲ ਸਹੀ ਗੱਲ ਆ। ਅਗਰ ਉਸ ਬੱਚੇ ਨੂੰ ਆਪਣੀ ਫਾਈਲ ਬਾਰੇ ਸਭ ਪਤਾ ਹੈ, ਅਗਰ ਉਹਦੇ ਪੱਲੇ ਸੱਚ ਆ, ਜਿਵੇਂ ਮੈਂ ਪਹਿਲਾਂ ਕਿਹਾ ਕਿ ਅਗਰ ਸੱਚ ਆ ਤੁਹਾਡੀ ਫਾਈਲ, ਤੁਹਾਨੂੰ ਕੁਝ ਨਹੀਂ ਹੋ ਸਕਦਾ, ਕਿਉਂਕਿ ਤੁਹਾਨੂੰ ਆਪਣੀ ਫਾਈਲ ਦਾ ਸਭ ਪਤਾ ਹੋਊਗਾ। ਹਾਂ, ਤੁਸੀਂ ਜਦੋਂ ਇੰਟਰਵਿਊ 'ਚ ਜਾਣਾ ਆ ਤੇ ਬਸ ਪੂਰੇ ਕੌਨਫੀਡੈਂਸ ਦੇ ਨਾਲ ਉਸ ਸੱਚ ਨੂੰ ਅੱਗੇ ਬਿਆਨ ਕਰਨਾ ਹੈ। ਦੈਟਸ ਇਟ। ਹਾਂ, ਡਰ ਕਿੱਥੇ ਆ? ਡਰ ਉਹਨਾਂ ਲੋਕਾਂ ਲਈ ਆ ਜਿਸ ਦੀ ਫਾਈਲ ਦੇ ਵਿੱਚ ਕੁਝ ਨਾ ਕੁਝ ਘਪਲਾ ਆ। ਔਰ ਜ਼ਿਆਦਾਤਰ ਮੇਰਾ ਮੰਨਣਾ ਹੈ ਆ ਕਿ ਜਿਨ੍ਹਾਂ ਨੂੰ ਇੰਟਰਵਿਊ ਕਾਲਸ ਆ ਰਹੀਆਂ ਨੇ, ਉਹਨਾਂ ਨੂੰ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਨਾ ਕੁਝ ਪ੍ਰੋਬਲਮਸ ਨੇ, ਜਾਂ ਜਿਸ ਦੇ ਵਿੱਚ ਆਫੀਸਰ ਨੂੰ ਡਾਊਟ ਹੋ ਰਿਹਾ ਕਿ ਇਸ ਫਾਈਲ ਦੇ ਵਿੱਚ ਕੁਝ ਨਾ ਕੁਝ ਬਲੰਡਰ ਮਾਰਿਆ ਗਿਆ ਆ। ਜੀ ਅੱਛਾ, ਤੁਸੀਂ ਦੱਸ ਰਹੇ ਸੀਗੇ ਵੀ ਕੁਝ ਜਿੱਥੇ ਸ਼ੱਕ ਪੈਦਾ ਹੁੰਦਾ ਉਹਨਾਂ ਨੂੰ ਕਾਲ ਆ ਰਹੀ ਹੈ, ਰੈਂਡਮਲੀ ਕਾਲ ਹੈ, ਇਟ ਮੀਨਸ। ਹਾਂਜੀ, ਰੈਂਡਮ ਆ, ਪਰ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਲੰਬੇ ਸਮੇਂ ਤੋਂ ਬਾਅਦ ਚੋਂ ਸਟੱਡੀ ਪਰਮਿਟ ਦੇ ਉੱਤੇ ਇੰਟਰਵਿਊਜ਼ ਆਉਣੀਆਂ ਸ਼ੁਰੂ ਹੋਈਆਂ ਨੇ। ਕਾਫੀ ਸਾਲਾਂ ਤੋਂ ਸਟੱਡੀ ਦੀਆਂ ਇੰਟਰਵਿਊਜ਼ ਨਹੀਂ ਆਉਂਦੀਆਂ ਸੀਗੀਆਂ। ਸੋ ਇਹ ਜਿਹੜੀ ਰੈਂਡਮਸ ਵੀ ਨੇ, ਇਹਨਾਂ ਨੂੰ ਥੋੜਾ ਜਿਹਾ ਸੀਰੀਅਸਲੀ ਲੈਣ ਦੀ ਲੋੜ ਆ। ਜੀ ਅੱਛਾ, ਇੱਕ ਕੁਐਸਚਨ ਹੋਰ ਸੀਗਾ ਵੀ ਪਤਾ ਲੱਗਿਆ ਵੀ ਕੈਨੇਡੀਅਨ ਸਰਕਾਰ ਨੇ 2025 ਤੱਕ 1 ਮਿਲੀਅਨ, ਭਾਵ 10 ਲੱਖ ਤੋਂ ਵੱਧ ਲੋਕਾਂ ਨੂੰ ਪਰਮਾਨੈਂਟ ਦੇ ਕਰਨ ਦਾ ਫੈਸਲਾ ਕੀਤਾ, ਵੀ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ। ਇਹਦੇ ਵਿੱਚ ਸੱਚਾਈ ਹੈ? ਇੱਕ ਤਰ੍ਹਾਂ ਸੱਚਾਈ ਹੈ। ਸੋ ਹੁੰਦਾ ਕੀ ਹੈ ਕਿ ਇਮੀਗ੍ਰੇਸ਼ਨ ਪਲਾਨ ਜਿਹੜਾ ਆ ਉਹ ਹਰੇਕ ਸਾਲ, ਜਿਵੇਂ ਆਪਾਂ ਹਰੇਕ ਸਾਲ ਪਾਰਲੀਮੈਂਟ 'ਚ ਬਜਟ ਪਾਸ ਹੁੰਦਾ ਆ, ਉਸੇ ਤਰੀਕੇ ਨਾਲ ਇਮੀਗ੍ਰੇਸ਼ਨ ਪਲਾਨ ਪਾਸ ਹੁੰਦਾ ਹੈ। ਅਗਲੇ 3 ਸਾਲ ਦੇ ਵਿੱਚ ਇਮੀਗ੍ਰੇਸ਼ਨ ਨੇ ਕੀ ਕਰਨਾ ਹੈ, ਕਿਸ ਤਰੀਕੇ ਨਾਲ ਕਰਨਾ ਹੈ, ਉਹਨੂੰ ਸਰਕਾਰੀ ਮੋਹਰ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ, ਕੈਨੇਡੀਅਨ ਪਾਰਲੀਮੈਂਟ 'ਚ ਦਿੱਤੀ ਜਾਂਦੀ ਆ। ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ, ਵੈਸੇ ਮੇਰੀ ਤੇ ਤੁਹਾਡੀ ਇੱਕ ਇੰਟਰਵਿਊ ਅੱਗੇ ਵੀ ਹੋਈ ਸੀ, ਜਦੋਂ ਕਈ ਪੰਜਾਬ 'ਚ ਬੈਠੇ ਕੰਸਲਟੈਂਟਸ ਆ ਕਹਿੰਦੇ ਸੀ ਕਿ ਇਹ ਕੈਨੇਡਾ ਨੇ ਬੰਦ ਕਰਤੇ ਆ ਸਟੱਡੀ ਪਰਮਿਟਸ। ਉਦੋਂ ਮੈਂ ਗੱਲ ਕਹੀ ਸੀ ਕਿ ਨਹੀਂ ਕੀਤੇ ਹੈਗੇ। ਉਸ ਗੱਲ ਦੇ ਉੱਤੇ ਮੋਹਰ ਲਗਾਈ ਆ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 4,45,000 ਬੱਚੇ ਨੂੰ ਸਟੱਡੀ ਪਰਮਿਟ ਅਪਰੂਵ ਕੀਤੇ ਗਏ। 4,15,000 ਬੰਦੇ ਨੂੰ ਟੈਂਪਰੇਰੀ ਵਰਕਰ ਪਰਮਿਟ, ਸੋ ਸਪਾਊਸਲ ਓਪਨ ਵਰਕ ਪਰਮਿਟ ਅਤੇ ਜਿਹੜੇ ਦੂਸਰੇ ਵਰਕ ਪਰਮਿਟ ਹੁੰਦੇ ਆ ਉਹ ਦਿੱਤੇ ਗਏ। ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਕੈਨੇਡਾ ਦੇ ਇਤਿਹਾਸ ਦੇ ਵਿੱਚ
ਇਹ ਸਭ ਤੋਂ ਵੱਡਾ ਨੰਬਰ ਆ ਸਟੱਡੀ ਪਰਮਿਟ ਦੇ ਵਿੱਚ। ਇਸ ਤੋਂ ਵੱਧ ਬੱਚੇ ਕਦੀ ਵੀ ਕਿਸੇ ਸਾਲ ਦੇ ਵਿੱਚ ਐਕਸੈਪਟ ਨਹੀਂ ਹੋਏ ਹੈਗੇ। ਸੋ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਕੈਨੇਡਾ ਨੇ ਸਟੱਡੀ ਪਰਮਿਟ ਬੰਦ ਕੀਤਾ ਆ, ਜਾਂ ਤਾਂ ਉਹ ਝੂਠ ਬੋਲਦੇ ਪਏ ਆ, ਜਾਂ ਇਮੀਗ੍ਰੇਸ਼ਨ ਮਿਨਿਸਟਰ ਪਾਰਲੀਮੈਂਟ ਦੇ ਵਿੱਚ ਖੜ ਕੇ ਝੂਠ ਬੋਲਦਾ ਪਿਆ, ਜੋ ਕਿ ਹੋ ਨਹੀਂ ਸਕਦਾ ਆ। ਸੋ 4,45,000 ਬੰਦੇ ਨੂੰ ਇਸ ਸਾਲ ਸਟੱਡੀ ਪਰਮਿਟ ਮਿਲ ਚੁੱਕਾ ਆ। ਸੋ ਕੈਨੇਡਾ ਦੇ ਜਿਹੜੇ ਸਟੱਡੀ ਪਰਮਿਟਸ ਨੂੰ ਬਹੁਤ ਵੱਡੇ ਨੰਬਰ ਦੇ ਵਿੱਚ ਉਹਨਾਂ ਨੇ ਪਿਛਲੇ ਸਾਲ ਦੇ ਵਿੱਚ ਦਿੱਤੇ ਨੇ। ਸੋ ਇਹਨਾਂ ਜਿਹੜੀਆਂ ਗਲਤ ਖਬਰਾਂ ਨੇ ਉਹਨਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈਗੀ ਹੈ। ਦੂਸਰੀ ਗੱਲ, 1.45 ਮਿਲੀਅਨ, ਸੋ ਤਕਰੀਬਨ 1.5 ਮਿਲੀਅਨ ਬੰਦੇ ਨੂੰ ਅਗਲੇ 3 ਸਾਲ ਦੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਦਿੱਤੀ ਜਾਣੀ ਆ। ਇਸ ਵਿੱਚ ਜਿਹੜੀ ਇੰਟਰਸਟਿੰਗ ਚੀਜ਼ ਹੈਗੀ ਆ ਕਿ ਜਿਵੇਂ ਅੱਗੇ ਐਕਸਪ੍ਰੈਸ ਐਂਟਰੀ ਦੇ ਉੱਤੇ ਜ਼ਿਆਦਾ ਫੋਕਸ ਹੁੰਦਾ ਸੀਗਾ ਇਮੀਗ੍ਰੇਸ਼ਨ ਦਾ, ਇਸ ਟਾਈਮ ਜਿਹੜਾ ਇਮੀਗ੍ਰੇਸ਼ਨ ਪਲਾਨ ਆ ਉਸ ਦੇ ਵਿੱਚ ਜ਼ਿਆਦਾ ਫੋਕਸ ਰੂਰਲ ਅਤੇ PNP ਪ੍ਰੋਗਰਾਮਸ ਦੇ ਉੱਤੇ ਰਹੇਗਾ। ਸੋ ਰੀਜਨਲ ਪ੍ਰੋਗਰਾਮ ਹੋ ਗਿਆ, ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੋ ਗਿਆ, ਜਾਂ PNPs ਹੋ ਗਈਆਂ। ਸੋ ਉਹਨਾਂ ਦੇ ਉੱਤੇ ਜ਼ਿਆਦਾ ਪਰਮਨੈਂਟ ਰੈਜ਼ੀਡੈਂਸੀ ਦਿੱਤੀ ਜਾਣੀ ਆ। ਕਹਿਣ ਦਾ ਭਾਵ ਕਿ ਜਿਹੜੇ ਕੈਨੇਡਾ 'ਚ ਡਿਵੈਲਪਿੰਗ ਏਰੀਆਜ਼ ਨੇ, ਕੈਨੇਡਾ ਸਰਕਾਰ ਦਾ ਇਸ ਟਾਈਮ ਫੋਕਸ ਉਹਨਾਂ ਏਰੀਆ ਦੇ ਵਿੱਚ ਲੋਕਾਂ ਨੂੰ ਸੱਦਣ ਦਾ ਆ। ਔਰ ਇਹਦੇ ਨਾਲ ਇਮੀਗ੍ਰੇਸ਼ਨ ਮਿਨਿਸਟਰ ਦਾ ਕਹਿਣਾ ਆ ਕਿ ਤਕਰੀਬਨ 1 ਮਿਲੀਅਨ ਜੌਬਸ ਜਿਹੜੀਆਂ ਕੈਨੇਡਾ ਦੇ ਵਿੱਚ ਖਾਲੀ ਪਈਆਂ ਨੇ, ਉਹ ਇਸ 1.5 ਮਿਲੀਅਨ ਦੇ ਨਾਲ ਉਹਨਾਂ ਵਿੱਚ ਜਿਹੜਾ ਮਿਲੀਅਨ ਲੋਕਾਂ ਦੀ ਲੋੜ ਆ ਉਹ ਪੂਰੀ ਕੀਤੀ ਜਾਏਗੀ। ਕਿਹੜੀ ਕੈਟਾਗਰੀ ਦੇ ਲੋਕਾਂ ਨੂੰ ਉਸ ਦੇ ਵਿੱਚ ਉਹ ਕਲੈਰਿਟੀ ਅਜੇ ਤੱਕ ਨਹੀਂ ਹੈ, ਪਰ ਜ਼ਿਆਦਾ ਫੋਕਸ ਜਿਹੜਾ ਆ ਉਹ ਹੈਲਥ ਇੰਡਸਟਰੀ ਨੂੰ ਬਹੁਤ ਜ਼ਿਆਦਾ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਲਈ ਪ੍ਰੋਗਰਾਮਸ ਉਡੀਕੇ ਜਾਣਗੇ। ਔਰ ਇਸ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਨੇ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਇਹ ਗੱਲ ਹੋਰ ਵੀ ਕਹੀ ਸੀ ਕਿ ਜਿਹੜੀਆਂ ਵੀ ਪ੍ਰੋਵਿੰਸਸ ਨਰਸਿਸ, ਡਾਕਟਰਸ ਉਹਨਾਂ ਦੀ ਐਜੂਕੇਸ਼ਨ ਨੂੰ ਛੇਤੀ ਇਵੈਲੂਏਟ ਕਰਨਗੇ, ਉਹਨਾਂ ਨਾਲ ਫੈਡਰਲ ਗਵਰਨਮੈਂਟ ਮਿਲ ਕੇ ਛੇਤੀ ਕੋਈ ਹੈਲਥ ਕੇਅਰ ਦੇ ਸਪੈਸ਼ਲ ਪ੍ਰੋਗਰਾਮਸ ਅਨਾਉਂਸ ਕੀਤੇ ਜਾਣਗੇ। ਕੋਈ ਖਾਸ ਏਰੀਆ ਹੈ ਰੱਖਿਆ ਸਰਕਾਰ ਨੇ ਵੀ ਇਸ ਏਰੀਆ ਨੂੰ ਆਬਾਦ ਕਰਨਾ? ਇਸ ਏਰੀਆ ਵਿੱਚ ਅਟਲਾਂਟਿਕ ਪ੍ਰੋਵਿੰਸਸ ਜਿਹੜੀਆਂ ਜਿਵੇਂ ਹੋ ਗਿਆ ਪ੍ਰਿੰਸ ਐਡਵਰਡ ਆਈਲੈਂਡ, ਨਿਊ ਬ੍ਰਿੰਸਵਿਕ, ਨੋਵਾ ਸਕੋਸ਼ੀਆ, ਇਹ ਆਫ ਕੋਰਸ ਅਟਲਾਂਟਿਕ ਪ੍ਰੋਗਰਾਮ ਕਰਕੇ ਇਹ ਇੱਕ ਵੱਡਾ ਗਰੁੱਪ ਹੋਏਗਾ। ਰੂਰਲ ਪ੍ਰੋਗਰਾਮਸ ਹਰੇਕ ਜਗ੍ਹਾ 'ਚ ਹੁੰਦੇ ਆ, ਜਿਵੇਂ ਅਗਰ ਆਪਾਂ ਗੱਲ ਕਰੀਏ ਓਨਟਾਰੀਓ ਦੇ ਵਿੱਚ ਕਾਰਨਵੈਲ ਹੋ ਗਿਆ, ਵਿੰਡਸਰ ਹੋ ਗਿਆ। ਅਗਰ BC ਦੇ ਵਿੱਚ ਕਾਫੀ ਏਰੀਆਜ਼ ਨੇ ਜਿਹੜੇ ਰੂਰਲ ਪ੍ਰੋਗਰਾਮਸ ਦੇ ਵਿੱਚ ਕੁਆਲੀਫਾਈ ਕਰ। ਸੋ ਤਕਰੀਬਨ ਹਰੇਕ ਪ੍ਰੋਵਿੰਸ ਦੇ ਵਿੱਚ ਰੂਰਲ ਏਰੀਆਜ਼ ਹੁੰਦੇ ਹੈਗੇ ਆ, ਉਹਨਾਂ ਏਰੀਆਜ਼ ਨੂੰ ਫੋਕਸ ਕੀਤਾ ਜਾਣਾ ਆ। ਜਿਵੇਂ ਟੋਰਾਂਟੋ, ਬਰੈਂਪਟਨ, ਇਹਨਾਂ ਤੇ ਫੋਕਸ ਨਹੀਂ ਹੋਏਗਾ, ਸਰੀ ਤੇ ਫੋਕਸ ਨਹੀਂ ਹੋਏਗਾ, ਵੈਂਕੂਵਰ ਤੇ ਫੋਕਸ ਨਹੀਂ ਹੋਏਗਾ। ਸੋ ਜਿਨ੍ਹਾਂ ਏਰੀਆ ਦੇ ਵਿੱਚ ਆਬਾਦੀ ਘੱਟ ਆ, ਜਿਨ੍ਹਾਂ ਏਰੀਆਜ਼ ਦੇ ਵਿੱਚ ਲੋਕੀ ਘੱਟ ਜਾਂਦੇ ਨੇ, ਉਹਨਾਂ ਨੂੰ ਸੌਖੀ ਪਰਮਨੈਂਟ ਰੈਜ਼ੀਡੈਂਸੀ ਦਿੱਤੀ ਜਾਊਗੀ, ਜਿਹੜੇ ਲੋਕ ਉਹਨਾਂ ਇਲਾਕਿਆਂ 'ਚ ਜਾਣਗੇ। ਤੁਸੀਂ ਕਿਹਾ ਵੀ 1.5 ਮਿਲੀਅਨ ਲੋਕਾਂ ਨੂੰ ਪੱਕੇ ਕੀਤਾ ਜਾਣਾ। ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਲਬਾਤ ਸੁਣ ਕੇ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਗੋਸਟ ਸਲਾਹਕਾਰ ਬੈਠੇ ਆ, ਕੰਸਲਟੈਂਟ ਬੈਠੇ ਆ, ਉਹ ਇਸ ਦਾ ਫਾਇਦਾ ਉਠਾ ਕੇ ਝੂਠੀਆਂ ਲੋਕਾਂ ਨੂੰ ਸਲਾਹਾਂ ਦੇ ਕੇ ਵੀ ਅਸੀਂ ਤੁਹਾਨੂੰ ਪੱਕੇ ਕਰਾਵਾਂਗੇ? ਇਹ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਸਾਰੀ ਗੱਲਬਾਤ ਤੋਂ? ਸੋ ਹਮੇਸ਼ਾ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਗੱਲਬਾਤ ਕਰੋ, ਲਾਇਸੈਂਸ ਕੈਨੇਡੀਅਨ ਲਾਇਰਸ ਨਾਲ ਗੱਲਬਾਤ ਕਰੋ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਭਾਜੀ, ਆਪਾਂ ਪਿਛਲੀ ਇੰਟਰਵਿਊਜ਼ 'ਚ ਵੀ ਕਈ ਵਾਰੀ ਇਹ ਗੱਲ ਕੀਤੀ ਆ। ਇਹ ਗੱਲ ਸਮਝਣ ਦੀ ਲੋੜ ਆ ਕਿ ਜਿਹੜੇ ਕੰਸਲਟੈਂਟਸ ਨੇ ਜਾਂ ਜਿਹੜੇ ਆਪਣੇ ਆਪੂ ਬਣੇ ਕੰਸਲਟੈਂਟਸ ਨੇ, ਉਹ ਕਿਉਂ ਝੂਠੀਆਂ ਅਫਵਾਹਾਂ ਫੈਲਾਉਂਦੇ ਨੇ। ਉਸ ਦੇ ਵਿੱਚ ਮੰਨਣਾ ਪਊਗਾ ਸਾਨੂੰ ਕਿ ਅਸੀਂ ਸਾਰੇ ਲੋਕ ਜਿਹੜੇ ਆ ਉਹਨਾਂ ਪਾਪਾਂ 'ਚ ਫਸਦੇ ਆ। ਉਹਨਾਂ ਹੀ ਨਹੀਂ, ਅੱਜ ਇੰਟਰਵਿਊਜ਼ ਦੀ ਨੌਬਤ ਆਈ ਕੈਨੇਡਾ ਦੇ ਵਿੱਚ, ਕਿਉਂ ਆਈ? ਅਸੀਂ ਇਕੱਲਾ ਕੰਸਲਟੈਂਟ ਜਾਂ ਏਜੰਟ ਨੂੰ ਕਿਉਂ ਬਲੇਮ ਕਰੀਏ? ਜਦੋਂ ਅਸੀਂ ਉਹਨਾਂ ਏਜੰਟਾਂ ਕੋਲੇ ਗਏ, ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਮਿੱਤਰਾ ਸਾਨੂੰ ਪੈਕੇਜ ਸਿਸਟਮ ਦੇ ਵਿੱਚ ਕੈਨੇਡਾ ਪਹੁੰਚਾ, ਸਾਨੂੰ ਪੈਕੇਜ ਸਿਸਟਮ 'ਚ UK ਪਹੁੰਚਾ, ਸਾਨੂੰ ਪੈਕੇਜ ਸਿਸਟਮ 'ਚ ਆਸਟ੍ਰੇਲੀਆ ਪਹੁੰਚਾ, ਤੇ ਅਸੀਂ ਸਿਸਟਮ ਨੂੰ ਐਕਸਪਲੋਇਟ ਕੀਤਾ। ਉਹ ਸਿਸਟਮ ਨੇ ਕਦੀ ਨਾ ਕਦੀ ਤਾਂ ਫੜੇ ਜਾਣਾ ਸੀ ਨਾ, ਕਦੀ ਨਾ ਕਦੀ ਤਾਂ ਸਰਕਾਰਾਂ ਨੂੰ ਪਤਾ ਚੱਲਣਾ ਸੀ ਕਿ ਆ ਚੋਰ ਮੋਰੀਆਂ ਨੇ। ਜਦੋਂ ਪਤਾ ਚੱਲਣਾ ਸੀ ਉਦੋਂ ਉਹਦੀ ਸਜ਼ਾ ਮਿਲਣੀ ਸੀ। ਸੋ ਸਾਨੂੰ ਸਾਰਿਆਂ ਨੂੰ, ਆਮ ਬੰਦੇ ਨੂੰ, ਕੰਜ਼ਿਊਮਰ ਨੂੰ ਲੈ ਕੇ ਜਿਨ੍ਹਾਂ ਦੇ ਥਰੂ ਤੁਸੀਂ ਫਾਈਲਾਂ ਲਗਵਾ ਰਹੇ ਹੋ, ਉਹਨਾਂ ਸਾਰਿਆਂ ਨੂੰ ਇੱਕ ਗੱਲ ਸਮਝਣ ਦੀ ਲੋੜ ਆ ਕਿ ਅਗਰ ਤੁਸੀਂ ਜ਼ਿੰਦਗੀ ਸ਼ਾਰਟਕਟਸ ਲੈਣ ਦੀ ਟਰਾਈ ਕਰੋਗੇ, ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਗਲਤ ਰਸਤੇ ਅਪਣਾਉਣ ਦੀ ਟਰਾਈ ਕਰੋਗੇ, ਤਾਂ ਉਹਦਾ ਰਿਜ਼ਲਟ ਕਦੀ ਨਾ ਕਦੀ ਕਿਤੇ ਨਾ ਕਿਤੇ ਨਿਕਲਣਾ ਆ। ਮੈਂ 2 ਐਗਜ਼ਾਮਪਲਸ ਕਾਫੀ ਜ਼ਿਆਦਾ ਦੇ ਰਿਹਾ ਪਿਛਲੇ ਕੁਝ ਦਿਨਾਂ ਤੋਂ। ਇੱਕ ਵਿਦਿਆਰਥੀ ਜਿਹਨੇ ਕਿਸੇ ਗੋਸਟ ਕੰਸਲਟੈਂਟ ਦੇ ਥਰੂ ਆਪਣੀ ਸਟੱਡੀ ਪਰਮਿਟ ਦੀ ਫਾਈਲ ਲਗਾਈ, ਝੂਠੀ ਆਫਰ ਲੈਟਰ ਸੀਗੀ ਉਹਦੀ, ਉਹਨੂੰ ਕੈਨੇਡਾ ਦੀ ਸਰਕਾਰ ਨੇ ਵੀਜ਼ਾ ਦੇਤਾ। ਵੀਜ਼ਾ ਦੇਣ
ਤੋਂ ਬਾਅਦ ਚੋਂ ਉਹ ਉਸੇ ਆਫਿਸ ਦੇ ਵਿੱਚ ਜਿਹੜੀ ਉਸ ਦੀ ਰਿਸੈਪਸ਼ਨਿਸਟ ਸੀ, ਉਸ ਮੁੰਡੇ ਦੀ ਉਸ ਰਿਸੈਪਸ਼ਨਿਸਟ ਨਾਲ ਦੋਸਤੀ ਹੋਈ, ਔਰ ਰਿਸੈਪਸ਼ਨਿਸਟ ਨੇ ਆਪ ਹੀ ਦੱਸਤਾ ਉਸ ਬੱਚੇ ਨੂੰ ਕਿ ਮਿੱਤਰਾ ਜਿਹੜਾ ਸਾਡਾ ਇੱਥੇ ਬੰਦਾ ਕੰਮ ਕਰਦਾ ਆ, ਇਹ ਆਪੇ ਝੂਠੇ ਵੀਜ਼ਾ ਲਾ ਕੇ ਵੀ ਦੇ ਦਿੰਦਾ, ਇਸ ਲਈ ਇੱਕ ਵਾਰੀ ਪਤਾ ਕਰ ਲੈ ਕਿ ਵੀਜ਼ਾ ਅਸਲੀ ਆ ਕਿ ਨਕਲੀ ਆ। ਬੱਚੇ ਨੇ IRCC ਨੂੰ ਚਿੱਠੀ ਪਾਤੀ। IRCC ਨੂੰ ਜਦੋਂ ਈਮੇਲ ਕੀਤੀ ਤਾਂ IRCC ਨੇ ਪ੍ਰੋਸੀਜਰਲ ਫੇਅਰਨੈਸ ਲੈਟਰ ਇਸ਼ੂ ਕੀਤੀ, 5 ਸਾਲ ਦਾ ਜਵਾਕ ਦੇ ਉੱਤੇ ਬੈਨ ਲਾਤਾ। ਅਸੀਂ ਹੁਣ ਉਸ ਬੱਚੇ ਦਾ ਕੇਸ ਜਿਹੜਾ ਫੈਡਰਲ ਕੋਰਟ 'ਚ ਲੈ ਕੇ ਗਏ ਹੋਏ ਆ, ਇਸ ਗੱਲ ਨੂੰ ਸਮਝਦੇ ਹੋਏ ਕਿ ਹਾਂ ਬੱਚੇ ਨੇ ਗਲਤੀਆਂ ਕੀਤੀਆਂ ਇਸ ਪੂਰੇ ਕੇਸ ਦੇ ਵਿੱਚ, ਪਰ ਜਦੋਂ ਬੱਚਾ IRCC ਕੋਲੇ ਜਾ ਰਿਹਾ ਹੈ ਤਾਂ ਉਸ ਬੱਚੇ ਦੀ ਇੰਟੈਂਸ਼ਨ ਸਾਫ਼ ਨਜ਼ਰ ਆ ਰਹੀ ਹੈਗੀ ਹੈ ਪਤਾ ਲੱਗਦਾ ਜੀ ਅਨਨੋਇੰਗਲੀ ਉਹਨੇ ਜਿਹੜੀ ਗਲਤੀ ਕੀਤੀ ਹੈ ਉਹ ਅਨਨੋਇੰਗਲੀ ਕੀਤੀ ਹੈਗੀ ਹੈ, ਇਸ ਲਈ ਉੱਤੇ 5 ਸਾਲ ਦਾ ਬੈਨ ਹਟਾਇਆ ਜਾਵੇ। ਸਾਨੂੰ ਉਮੀਦ ਆ ਕਿ ਸਰਕਾਰ ਜਦੋਂ ਕੋਰਟ ਦੇ ਵਿੱਚ ਇਹ ਮਸਲਾ ਜਾਣਾ ਤੇ ਅਸੀਂ ਉਹ ਬੈਨ ਹਟਾਉਣ 'ਚ ਕਾਮਯਾਬ ਹੋਵਾਂਗੇ। ਇੱਕ ਐਗਜ਼ਾਮਪਲ ਹੈ, ਤੇ ਦੂਸਰੀ ਐਗਜ਼ਾਮਪਲ ਇੱਕ ਮੈਂ ਹੋਰ ਕਾਫੀ ਜ਼ਿਆਦਾ ਦਿੰਦਾ ਹੈ। ਹੁਸ਼ਿਆਰਪੁਰ ਦਾ ਇੱਕ ਬੱਚਾ ਜਿਹਨੇ ਆਲਰੇਡੀ ਬੈਚਲਰ ਡਿਗਰੀ ਕੀਤੀ ਹੋਈ ਸੀਗੀ, ਬੈਚਲਰ ਡਿਗਰੀ ਕਰਨ ਤੋਂ ਬਾਅਦ ਚੋਂ ਜਾਣ ਬੁੱਝ ਕੇ ਉਹਦੀ ਬੈਚਲਰ ਡਿਗਰੀ ਲੁਕਾ ਕੇ ਝੂਠੀ ਬੈਚਲਰ ਡਿਗਰੀ ਉਹਦੀ ਫਾਈਲ 'ਚ ਲਗਾ ਦਿੱਤੀ ਗਈ। ਬੱਚੇ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਕੈਨੇਡਾ ਦੇ ਵਿੱਚ, 2 ਸਾਲ ਦਾ 1 ਸਾਲ ਦਾ ਐਕਸਪੀਰੀਅੰਸ ਗੇਨ ਕੀਤਾ। ਐਕਸਪੀਰੀਅੰਸ ਗੇਨ ਕਰਨ ਤੋਂ ਬਾਅਦ ਤੋਂ ਹੁਣ ਸਮਾਂ ਆ ਗਿਆ PR ਅਪਲਾਈ ਕਰਨ ਦਾ। ਜਦੋਂ PR ਅਪਲਾਈ ਕਰਨੀ ਸੀ, ਉਸ ਝੂਠੀ ਡਿਗਰੀ ਦੀ ਵੈਸ ਕਿਵੇਂ ਹੋਵੇ, ਇਵੈਲੂਏਸ਼ਨ ਕਿਵੇਂ ਹੋਵੇ। ਉਸ ਬੱਚੇ ਨੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਹਿ ਕੇ ਇਹ ਗੱਲ ਕਹਿ ਕੇ ਕਿ ਮੇਰੇ ਏਜੰਟ ਨੇ ਮੈਨੂੰ ਝੂਠੀ ਡਿਗਰੀ ਨਾਲ ਲਗਵਾਤੀ ਸੀ, ਆ ਝੂਠੀ ਡਿਗਰੀ ਆ। ਬੱਚੇ ਦੇ 2 ਸਾਲ ਦੀ ਪੜ੍ਹਾਈ, 1 ਸਾਲ ਦਾ ਵਰਕ ਪਰਮਿਟ ਦਾ ਸਾਰਾ ਕੰਮ ਕੀਤਾ ਹੋਇਆ ਜ਼ੀਰੋ ਹੋ ਗਿਆ। ਬੱਚੇ ਨੂੰ ਡਿਪੋਰਟ ਹੋਣਾ ਪਿਆ ਕਿਉਂਕਿ ਉਹਨੇ ਮਿਸ ਰਿਪਰੈਜ਼ੈਂਟ ਕੀਤਾ ਸੀ। 5 ਸਾਲ ਦਾ ਬੈਨ ਲਾਉਣ ਲੱਗਿਆ। ਸੋ ਇਹ ਜਿਹੜੇ ਸ਼ਾਰਟਕਟਸ ਨੇ ਨਾ, ਇਹ ਇਦਾਂ ਨਹੀਂ ਹੈਗਾ ਕਿ ਅੱਜ ਤੁਹਾਡੇ ਸਟੱਡੀ ਪਰਮਿਟ ਲੱਗ ਗਿਆ ਤੇ ਤੁਸੀਂ ਉਸ ਸ਼ਾਰਟਕਟ ਤੋਂ ਬਚ ਗਏ। ਇਹਨਾਂ ਨੇ ਖੜਾ ਨਹੀਂ ਛੱਡਣਾ। ਹਾਂ, ਇਹ ਝੂਠ ਜਿਹੜਾ ਆ ਭਾਵੇਂ 3 ਸਾਲ ਬਾਅਦ ਤੁਹਾਡੇ ਅੱਗੇ ਆ ਕੇ ਖੜ ਜੇ, ਜਦੋਂ ਉਦੋਂ ਖੜੂਗਾ ਉਦੋਂ ਦੁੱਖ ਬਹੁਤ ਹੋਣਾ, ਕਿਉਂਕਿ ਤੁਸੀਂ ਪੈਸਾ ਵੀ ਲਾਤਾ, ਤੁਸੀਂ ਸਮਾਂ ਵੀ ਲਾਤਾ, ਤੇ ਹੁਣ ਕਿਹਨਾਂ ਨਿਕਲਣ ਨੂੰ ਕੁਝ ਨਹੀਂ ਹੈ। ਸੋ ਹਜ਼ਾਰਾਂ ਵਾਰੀ ਰਿਫਿਊਜ਼ਲ ਲਵੋ, ਕਰੋੜਾਂ ਵਾਰੀ ਰਿਫਿਊਜ਼ਲ ਲਵੋ, ਪਰ ਬੈਨ ਇੱਕ ਵਾਰੀ ਵੀ ਨਾ ਲਵੋ, ਕਿਉਂਕਿ ਉਹ 5 ਸਾਲ ਦਾ ਬੈਨ ਜਿਹੜਾ ਹੈ ਉਹ ਲੱਗਦਾ ਹੀ 5 ਸਾਲ ਦਾ। 5 ਸਾਲ ਬਾਅਦ ਵੀ ਤੁਹਾਡੀ ਫਾਈਲ ਨੂੰ ਸ਼ੱਕ ਦੇ ਨਜ਼ਰ ਨਾਲ ਹੀ ਦੇਖਿਆ ਜਾਣਾ ਆ। ਸੋ ਬਹੁਤ ਧਿਆਨ ਨਾਲ ਇਹ ਚੀਜ਼ਾਂ ਜਿਹੜੀਆਂ ਨੇ, ਇਹ ਮਜ਼ਾਕ ਨਹੀਂ ਹੈ। ਜ਼ਿੰਦਗੀ ਦਾ ਇੱਕ ਤੁਸੀਂ ਅਹਿਮ ਫੈਸਲਾ ਲੈ ਰਹੇ ਹੋ, ਕਿਸੇ ਹੋਰ ਮੁਲਕ ਦੇ ਵਿੱਚ ਮੂਵ ਹੋ ਰਹੇ ਹੋ, ਖਾਸ ਕਰਕੇ ਕੈਨੇਡਾ ਵਰਗੇ ਮੁਲਕ ਦੇ ਵਿੱਚ। ਕੈਨੇਡਾ ਵਰਗੇ ਮੁਲਕ ਨੇ ਜਿਹਨੇ ਸਾਡੀ ਕਮਿਊਨਿਟੀ ਨੂੰ ਬਹੁਤ ਮਾਣ ਦਿੱਤਾ ਹੈ, ਸਾਡੀ ਕਮਿਊਨਿਟੀ ਦੇ ਨਾਲ ਖੜਿਆ ਆ। ਜਿਵੇਂ ਤੁਹਾਨੂੰ ਪਤਾ ਹੈ ਕਿ ਮੈਨੂੰ ਵੀ ਬਹੁਤ ਮਾਣ ਹੁੰਦਾ ਹੈ ਕਿ ਸਾਡੇ ਹੀ ਪਰਿਵਾਰ ਦੇ ਵਿੱਚ ਉਹਦੀ ਦਸਤਾਰਧਾਰੀ ਬੀਬੀ ਇਲੈਕਸ਼ਨ ਜਿੱਤ ਕੇ ਹਟੀ ਆ। ਇਹਨਾਂ ਦਿਨਾਂ ਦੇ ਵਿੱਚ, ਨਵੰਬਰ ਦੇ ਦਿਨਾਂ ਦੇ ਵਿੱਚ, ਸ਼ਾਇਦ ਇੱਕ ਲੌਤਾ ਮੁਲਕ ਆ ਕੈਨੇਡਾ ਜਿਸ ਦੇ ਵਿੱਚ ਬਰੈਂਪਟਨ ਸਿਟੀ ਹਾਲ ਦੇ ਵਿੱਚ ਜਿਹੜਾ ਝੰਡਾ ਆ ਉਹਨੂੰ ਅੱਧੀ ਹਾਈਟ ਤੇ ਕੀਤਾ ਹੋਇਆ, ਕਿਉਂਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਜੈਨੋਸਾਈਡ ਹੋਇਆ ਸੀਗਾ। ਸੋ ਜਿਸ ਮੁਲਕ ਦੇ ਵਿੱਚ ਤੁਹਾਨੂੰ ਇੰਨਾ ਮਾਣ, ਜਿਸ ਮੁਲਕ ਦੇ ਲੋਕ ਤੁਹਾਡੇ ਨਾਲ, ਤੁਹਾਡੇ ਦੁੱਖ ਦੇ ਨਾਲ ਖੜਦੇ ਪਏ ਹੋਣ, ਉਹਨਾਂ ਨਾਲ ਅਗਰ ਅਸੀਂ ਖਿਲਵਾੜ ਕਰੀਏ, ਉਹਨਾਂ ਦੇ ਸਿਸਟਮ ਨਾਲ ਖੇਲਣ ਦੀ ਕੋਸ਼ਿਸ਼ ਕਰੀਏ ਤਾਂ ਗਲਤ ਹੈ। ਉਸ ਚੀਜ਼ ਨੂੰ ਕੰਡੈਮ ਕਰਨਾ ਬਣਦਾ ਆ। ਅਸੀਂ ਸਹੀ ਤਰੀਕੇ ਨਾਲ ਆਈਏ ਕੈਨੇਡਾ, ਅਸੀਂ ਆਸਟ੍ਰੇਲੀਆ ਆਈਏ, ਅਸੀਂ UK ਆਈਏ, ਅਸੀਂ ਅਮਰੀਕਾ ਜਾਈਏ, ਜਿੱਥੇ ਜਾਣਾ ਚਾਹੁੰਦੇ ਉੱਥੇ ਜਾਈਏ, ਪਰ ਸਿਸਟਮ ਦੇ ਅਧੀਨ ਰਹਿ ਕੇ ਜਾਈਏ, ਸਿਸਟਮ ਨੂੰ ਐਕਸਪਲੋਇਟ ਕਰਕੇ ਨਾ ਜਾਈਏ। ਬਿਲਕੁਲ ਜੀ। ਸੰਦੀਪ ਸਿੰਘ ਜੀ, ਇੱਕ ਲਾਸਟ ਸਵਾਲ ਸੀਗਾ ਵੀ ਕੁਝ ਪਤਾ ਲੱਗਿਆ ਵੀ ਜਿਵੇਂ ਕੋਵਿਡ ਤੋਂ ਬਾਅਦ ਬੈਕਲੌਗ ਕਾਫੀ ਵੱਡਾ ਸੀਗਾ, ਜਿਹੜਾ ਹੁਣ ਪਤਾ ਲੱਗਿਆ ਵੀ ਐਪਲੀਕੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਫਾਸਟ ਕੀਤਾ ਜਾ ਰਿਹਾ। ਇਹਦੇ 'ਚ ਕੀ ਸੱਚਾਈ ਹੈ, ਜਾਂ ਇਹ ਕਿਵੇਂ ਪਤਾ ਲੱਗ ਸਕਦਾ ਵੀ ਹਾਂ ਜਿਹੜੇ ਕੇਸ ਹੈ ਬਹੁਤ ਫਾਸਟ ਕੀਤੇ ਜਾ ਰਹੇ ਆ, ਬੈਕਲੌਗ ਨੂੰ ਤੋੜਿਆ ਜਾ ਰਿਹਾ? ਹਾਂ, ਇਸ ਕੋਈ ਸ਼ੱਕ ਨਹੀਂ ਹੈਗਾ ਕਿ ਮੇਰੀਆਂ ਕਈ TV ਚੈਨਲਸ ਅਤੇ ਕਈ ਕੈਨੇਡੀਅਨ ਨਿਊਜ਼ ਚੈਨਲਸ ਨਾਲ ਵੀ ਇੰਟਰਵਿਊ ਹੋ ਰਹੀ ਸੀਗੀ, ਜਿਸ ਦਿਨ ਅਨਾਊਂਸਮੈਂਟ ਆਈ ਹੈਗੀ ਆ ਇਮੀਗ੍ਰੇਸ਼ਨ ਪਲਾਨ ਦੀ। ਤੇ ਉਸ ਦੇ ਵਿੱਚ ਇੱਕ ਵੱਡਾ, ਮੈਨੂੰ ਇਹ ਲੱਗਦਾ ਹੈ ਕਿ ਇਮੀਗ੍ਰੇਸ਼ਨ ਮਿਨਿਸਟਰ ਵਾਸਤੇ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਵਾਸਤੇ ਅਗਲੇ 3 ਸਾਲ ਸੌਖੇ ਨਹੀਂ ਹੈਗੇ। ਪਿਛਲਾ ਬੈਕਲੌਗ ਐਡਾ ਵੱਡਾ, ਪਲੱਸ 1.5 ਮਿਲੀਅਨ ਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਬੰਦੇ ਲੈ ਕੇ ਆਉਣੇ ਹੈਗੇ ਆ। ਉਹ ਸਾਰੇ ਨੂੰ ਇਕੱਠਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕੋਈ ਖੇਡ ਨਹੀਂ, ਬਹੁਤ ਵੱਡਾ ਚੈਲੰਜ ਆ। ਪਰ ਅਗਰ ਤੁਹਾਨੂੰ ਯਾਦ ਹੋਵੇ, ਅੱਜ ਤੋਂ ਕੁਝ ਹਫ਼ਤੇ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ ਗੱਲ ਅਨਾਊਂਸ ਕੀਤੀ ਸੀ ਕਿ ਅਸੀਂ ਸਿਸਟਮ ਨੂੰ ਕੰਪਿਊਟਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਮੈਨੂੰ ਏਦਾਂ ਲੱਗਦਾ ਕਿ ਜਿੱਥੇ ਹਿਊਮਨ ਕੈਪੀਟਲ ਘੱਟ ਜੂਗੀ, ਜਿੱਥੇ ਲੋਕਾਂ ਦਾ ਆਮ ਇਨਸਾਨ, ਇੱਕ ਬੰਦੇ ਦਾ ਕੰਮ ਘੱਟ ਕੇ ਅਗਰ ਕੰਪਿਊਟਰ ਬੇਸਡ ਸਿਸਟਮ ਜ਼ਿਆਦਾ ਹੋ ਜਾਏਗਾ, ਉੱਥੇ ਉਸ ਦੀ ਸਪੀਡ ਆਟੋਮੈਟਿਕਲੀ ਵਧੇਗੀ। ਬੈਕਲੌਗ ਥੋੜਾ ਘਟਿਆ, ਪਰ ਅਜੇ ਵੀ ਬੈਕਲੌਗ ਬਹੁਤ ਵੱਡਾ ਆ, ਬਹੁਤ ਵੱਡਾ ਬੈਕਲੌਗ ਅਜੇ ਵੀ ਪੈਂਡਿੰਗ ਤੇ ਆਇਆ। ਮੈਂ ਦੇਖਣਾ ਚਾਹੂੰਗਾ ਕਿ ਟਰੂਡੋ ਸਰਕਾਰ ਜਿਹੜੀ ਆ ਉਹ ਇਸ ਚੈਲੰਜਿੰਗ ਸਿਚੁਏਸ਼ਨ ਦੇ ਵਿੱਚੋਂ ਦੀ ਕਿਵੇਂ ਨਿਕਲਦੀ, ਕਿਉਂਕਿ ਪਾਰਲੀਮੈਂਟ ਦੇ ਵਿੱਚ ਨੰਬਰ ਕਹੇ ਹੋਏ ਨੰਬਰਾਂ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ।
ਸੋ ਇਟ ਵਿਲ ਬੀ ਅ ਚੈਲੰਜਿੰਗ ਸਿਚੁਏਸ਼ਨ। 3 ਸਾਲ ਅਗਲੇ ਜਿਹੜੇ ਆ ਉਹ ਜਿੱਥੇ ਲੋਕਾਂ ਵਾਸਤੇ ਬਹੁਤ ਵਧੀਆ ਨੇ, ਉੱਥੇ ਸਰਕਾਰ ਵਾਸਤੇ ਸੌਖੇ ਨਹੀਂ ਹੋਣਗੇ। 1.5 ਮਿਲੀਅਨ 1.5 ਮਿਲੀਅਨ ਦਾ ਜਿਹੜਾ ਨੰਬਰ ਆ ਉਹ ਕੋਈ ਛੋਟਾ ਮੋਟਾ ਨੰਬਰ ਨਹੀਂ ਹੈਗਾ, ਬਹੁਤ ਵੱਡਾ ਨੰਬਰ ਆ। ਹੋਰ ਪਿਛਲੇ ਬੈਕਲੌਗ ਦੇ ਨਾਲ ਇਸ ਨੰਬਰ ਨੂੰ ਕੰਪਲੀਟ ਕਰਨਾ ਇੰਨਾ ਹੀ ਰਿਸੋਰਸਿਸ ਦੇ ਵਿੱਚ ਮੁਸ਼ਕਿਲ ਹੋਏਗਾ। ਸੋ ਅਗਰ ਇਮੀਗ੍ਰੇਸ਼ਨ ਮਿਨਿਸਟਰ ਦਾ ਜਿਹੜਾ ਪਲਾਨ ਸੀਗਾ ਟੂ ਕੰਪਿਊਟਰਾਈਜ਼ ਐਵਰੀਥਿੰਗ, ਅਗਰ ਉਹ ਕਰਨ 'ਚ ਕਾਮਯਾਬ ਹੋ ਜਾਂਦੇ ਆ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਜਾਨ ਆਪ ਦੀ ਸੌਖੀ ਹੋਏਗੀ। ਅਦਰਵਾਈਜ਼ ਉਹਨਾਂ ਨੂੰ ਬਹੁਤ ਸਵਾਲਾਂ ਦੇ ਜਵਾਬ ਮੀਡੀਆ 'ਚ ਤਾਂ ਜਿਹੜੇ ਦੇਣੇ ਪੈਣਗੇ, ਪਲੱਸ ਆਪੋਜੀਸ਼ਨ ਦੇ ਜਵਾਬ ਵੀ ਪਾਰਲੀਮੈਂਟ ਦੇ ਅੰਦਰ ਦੇਣੇ ਪੈਣਗੇ। ਤੁਹਾਡਾ ਧੰਨਵਾਦ ਜੀ, ਤੁਸੀਂ ਆਪਣੇ ਭਰਪੂਰ ਸਮੇਂ ਚੋਂ ਵਧੀਆ ਸਾਨੂੰ ਸਮਾਂ ਬਖਸ਼ਿਸ਼ ਕੀਤਾ ਆਪਣੇ ਬਿਜੀ ਸਮੇਂ ਚੋਂ, ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।